ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ, ਅਸੀਂ ਸਾਰੇ ਹੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹਾਂ। ਸੇਵਕ ਪਰਿਵਾਰ ਆਪ ਸੰਗਤ ਨੂੰ ਪਾਤਸ਼ਾਹ ਨੇ ਉਦਮ ਤੇ ਉਪਰਾਲਾ ਬਖਸ਼ਿਆ। ਕਲਗੀਧਰ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਕ ਵਿਚਾਰਾਂ ਕਰਨ ਦਾ ਸੁਭਾਗਾ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਬੇਨਤੀ ਹੈ ਮੇਰੇ ਤੋਂ ਪਹਿਲੋਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਿਆ। ਜਿੰਨਾ ਵੀ ਸਮਾਂ ਨਿਸ਼ਚਿਤ ਕੀਤਾ ਗਿਆ ਸਮੇਂ ਵਿੱਚ ਰਹਿੰਦਿਆਂ ਬਾਬਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਮਾਤਾ ਗੁਜਰ ਕੌਰ ਔਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਨੀ ਹੈ। ਮੈਂ ਬੇਨਤੀ ਕੀਤੀ ਸੀ ਕਿ ਕਨਸੈਪਟ ਇੱਕ ਹੀ ਹੋਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਕਈ ਵਿਸ਼ਿਆਂ ਉੱਤੇ ਗੱਲ ਕਰਨੀ ਹੁੰਦੀ ਹੈ ਪ੍ਰੋਪਰਲੀ ਨਾ ਤੇ ਉਹਨਾਂ ਟਾਈਮ ਹੁੰਦਾ ਨਾ ਹੀ ਅਸੀਂ ਪੂਰੀ ਗੱਲ ਕਰ ਸਕਦੇ ਹਾਂ। ਪਰ ਖੈਰ ਜਿਵੇਂ ਪ੍ਰੋਗਰਾਮ ਬਣਾਇਆ ਗਿਆ ਉਸੇ ਸ਼ਡਿਊਲ ਉਸੇ ਕਨਸੈਪਟ ਦੇ ਆਧਾਰ ਤੇ ਰਹਿ ਕੇ ਆਪਾਂ ਵਿਚਾਰ ਸਾਂਝੇ ਕਰਾਂਗੇ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਹੋਈਏ। ਸਾਰੇ ਮਿਲ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਧਰਤੀ ਦੇ ਉੱਤੇ ਰਚੇ ਗਏ ਧਾਰਮਿਕ ਗ੍ਰੰਥ ਅੱਜ ਤੋਂ 5000 ਸਾਲ ਪਹਿਲਾਂ 4 ਵੇਦ, 6 ਸ਼ਾਸਤਰ, 27 ਸਮਰਤੀਆਂ, 18 ਪੁਰਾਣ, ਭਾਵੇਂ ਉਹ ਬੁੱਧ ਮਤ ਦੇ ਗ੍ਰੰਥ ਨੇ, ਭਾਵੇਂ ਜੈਨ ਮਤ ਦੇ ਗ੍ਰੰਥ ਨੇ, ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ, ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਸ਼ਹੀਦ ਸ਼ਬਦ ਨਹੀਂ ਆਇਆ। ਹਾਲਾਂਕਿ ਇਹ ਜਿਹੜਾ ਸ਼ਬਦ ਹੈ ਇਹ ਅਰਬੀਅਨ ਲੈਂਗੁਏਜ ਦਾ ਸ਼ਬਦ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈ, ਤੇ ਇਹ ਸ਼ਬਦ ਕੁਰਾਨ ਪਾਕ ਦੇ ਵਿੱਚ ਵੀ ਨਹੀਂ ਹੈਗਾ, ਕੁਰਾਨ ਸ਼ਰੀਫ ਦੇ ਵਿੱਚ ਵੀ ਸ਼ਬਦ ਨਹੀਂ ਹੈਗਾ। ਇਸ ਸ਼ਬਦ ਨੂੰ ਇਜ਼ਾਦ ਕੀਤਾ ਇਸਲਾਮ ਨੇ, ਮੁਸਲਮਾਨ ਭਾਈਚਾਰੇ ਨੇ, ਇਹ ਉਸ ਖਿੱਤੇ ਵਿੱਚ ਹੋਇਆ। ਇਹਦਾ ਅਰਥ ਇਹ ਹੈ ਕਿ ਦੁਨੀਆ ਉੱਤੇ ਹੋ ਰਹੇ ਜ਼ੁਲਮਾਂ ਦਾ ਮੁਕਾਬਲਾ ਕਰਦਿਆਂ ਹੋਇਆ ਜਦੋਂ ਕੋਈ ਆਪਣੇ ਤਨ ਨੂੰ ਕੁਰਬਾਨ ਕਰਕੇ ਖੁਦਾ ਦੇ ਘਰ ਜਾਂਦਾ ਹੈ, ਰੱਬ ਦੇ ਘਰ ਜਾਂਦਾ ਹੈ, ਉੱਥੇ ਜਾ ਕੇ ਉਹ ਗੱਲ ਕਰਦਾ ਹੈ ਕਿ ਜਿਸ ਖਿੱਤੇ ਵਿੱਚੋਂ ਮੈਂ ਆਇਆ ਉੱਥੇ ਪਰਜਾ ਉੱਤੇ ਜ਼ੁਲਮ ਹੋ ਰਿਹਾ, ਮੈਂ ਉਹਦੀ ਗਵਾਹੀ ਕਰਦਾ, ਮੈਂ ਉਹਦੀ ਸ਼ਹਾਦਤ ਦੇਦਾ, ਉਹਨੂੰ ਕਹਿੰਦੇ ਨੇ ਸ਼ਹੀਦ। ਇਸ ਸ਼ਬਦ ਨੂੰ ਇਜ਼ਾਦ ਕੀਤਾ ਇਸਲਾਮ ਨੇ, ਪਰ ਉਹਨਾਂ ਨੇ ਇਹਦਾ ਪਹਿਲਾ ਵੀ ਬੜਾ ਛੋਟਾ ਰੱਖਿਆ। ਜ਼ੰਗੇ ਓਹਦ ਵਿੱਚ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਕਿਰਪਾਨ ਦਾ ਵਾਰ ਕਰਦਾ ਉਮੈਰ ਬਿਨ ਕਮਈਆ, ਬੜਾ ਬਹਾਦਰ ਸੂਰਮਾ। ਜਦੋਂ ਜੰਗੇ ਓਹਦ ਵਿੱਚ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਉਮੈਰ ਬਿਨ ਕਮਈਆ ਕਿਰਪਾਨ ਦਾ ਵਾਰ ਕਰਦਾ ਤੇ ਹਜ਼ਰਤ ਮੁਹੰਮਦ ਸਾਹਿਬ ਘੋੜੇ ਤੋਂ ਹੇਠਾਂ ਡੇਗ ਕੇ ਬੇਹੋਸ਼ ਹੋ ਜਾਂਦੇ। ਪਰ ਉਸ ਵੇਲੇ ਇਹ ਰਿਵਾਜ ਸੀ ਕਿ ਜਿਹੜੇ ਲੋਕ ਮੌਤ ਤੋਂ ਡਰ ਜਾਂਦੇ ਸੀ
ਉਹ ਫਿਰ ਮੈਦਾਨੀ ਜੰਗ ਦੇ ਵਿੱਚ ਮਰਨ ਦਾ ਡਰਾਮਾ ਕਰਦੇ ਸੀ, ਝੂਠੀ ਮੁੱਠੀ ਲੇਟ ਜਾਂਦੇ ਸੀ ਕਿ ਦੁਸ਼ਮਣ ਜਿਹੜਾ ਹੈ ਉਹ ਚਲਾ ਜਾਵੇ, ਇਹ ਸਮਝ ਲਵੇ ਕਿ ਇਹ ਮਰ ਚੁੱਕਾ ਹੈ। ਪਰ ਦੁਸ਼ਮਣ ਵੀ ਬੜਾ ਸਿਆਣਾ ਹੁੰਦਾ ਸੀ, ਉਹ ਪੱਥਰ ਦੇ ਨਾਲ ਦੰਦ ਭੰਨ ਕੇ ਵੇਖਦਾ ਸੀ ਕਿ ਬੰਦਾ ਜਿਉਂਦਾ ਹੈ ਕਿ ਮਰ ਗਿਆ। ਹੁਣ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਉਮੈਦ ਬਿਨ ਕਮਈਆ ਵਾਰ ਕਰਦਾ, ਉਹ ਬੇਹੋਸ਼ ਹੋ ਕੇ ਡਿੱਗਦੇ ਨੇ। ਉਮੈਦ ਬਿਨ ਕਮਈਆ ਘੋੜੇ ਤੋਂ ਉਤਰਦਾ, ਉਹ ਇੱਕ ਭਾਰੀ ਪੱਥਰ ਦੇ ਨਾਲ ਹਜ਼ਰਤ ਮੁਹੰਮਦ ਸਾਹਿਬ ਦਾ ਦੰਦ ਭੰਨ ਕੇ ਵੇਖਦਾ। ਮੈਂ ਜ਼ਰੂਰ ਇੱਕ ਬੇਨਤੀ ਕਰਾਂਗਾ, ਸ਼ੁਰੂਆਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ। ਮੇਰੇ ਵਰਗੇ ਭਾਵੇਂ ਹਜ਼ਾਰਾਂ ਪ੍ਰਚਾਰਕ ਹਜ਼ਾਰਾਂ ਸਾਲ ਗੱਲ ਕਰਦੇ ਰਹਿਣ, ਤਾਂ ਵੀ ਕਲਗੀਧਰ ਦੇ ਜੀਵਨ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਪਾਸੇ ਸਤਿਗੁਰੂ ਜੀ ਦੇ ਪੁੱਤਰ ਨੇ, ਇੱਕ ਪਾਸੇ ਇਸਲਾਮ ਦੇ ਬਾਨੀ ਨੇ। ਜਦੋਂ ਉਮੈਦ ਬਿਨ ਕਮਈਆ ਪੱਥਰ ਮਾਰ ਕੇ ਹਜ਼ਰਤ ਮੁਹੰਮਦ ਸਾਹਿਬ ਦਾ ਦੰਦ ਤੋੜ ਦਿੰਦਾ, ਉਹ ਦੰਦ ਤੇ ਬਣਾ ਲੈਂਦੇ ਪਰ ਸੀ ਨਹੀਂ ਕਰਦੇ, ਆਵਾਜ਼ ਨਹੀਂ ਕਰਦੇ, ਕਿਉਂਕਿ ਮੌਤ ਤੋਂ ਡਰਦੇ। ਇਹ ਮੈਂ ਨਹੀਂ ਕਹਿ ਰਿਹਾ, ਵਾਰਿਸ ਆਪਣੀ ਹੀਰ ਵਿੱਚ ਕਹਿੰਦਾ। ਉਹ ਕਹਿੰਦਾ ਦਿੱਤੀ ਜ਼ਹਿਰ ਹਸਨ ਤਕਦੀਰ ਤਾਈ, ਸੀਸ ਸ਼ਾਹ ਹੁਸੈਨ ਦਾ ਕੱਟਦੀ ਏ। ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਏ। ਉੱਥੇ ਦੰਦ ਟੁੱਟ ਜਾਣ ਨੂੰ ਵੀ ਉਹਨਾਂ ਨੇ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਦੰਦ ਸ਼ਹੀਦ ਹੋ ਗਿਆ, ਮਤਲਬ ਸ਼ਹਾਦਤ ਦਾ ਪੈਰਾਮੀਟਰ ਉਹਨਾਂ ਨੇ ਇਹ ਰੱਖਿਆ। ਡਾਕਟਰ ਪਿਆਰਾ ਸਿੰਘ ਪਦਮ ਨੇ ਇੱਕ ਗੱਲ ਲਿਖੀ ਆ, ਉਹ ਕਹਿੰਦਾ ਵੀ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਮਹਾਨ ਗਿਣਿਆ ਜਾਂਦਾ ਹੈ। ਜਦੋਂ ਆਪਾਂ ਸਮਾਜ ਵਿੱਚ ਵਿਚਰਦੇ ਹਾਂ, ਕਹਿੰਦਾ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਮਹਾਨ ਗਿਣਿਆ ਜਾਂਦਾ ਹੈ। ਪਹਿਲਾਂ ਤਾਂ ਉਹ ਪੁਲਿਸ ਬੱਚਿਆਂ ਨੂੰ ਜ਼ਰੂਰ ਚੁੱਪ ਕਰਾਉਂਦੀ। ਉਹ ਕਹਿੰਦਾ ਵੀ ਇੱਕ ਬੰਦੇ ਦੀ ਆਪਣੀ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ, ਉਹਦਾ ਸਮਾਜ ਵਿੱਚ ਕੋਈ ਯੋਗਦਾਨ ਨਹੀਂ ਹੈਗਾ, ਉਹਨੇ ਸਮਾਜ ਲਈ ਕਦੀ ਕੋਈ ਚੰਗਾ ਨਹੀਂ ਕੀਤਾ। ਪਰ ਉਹਦੇ ਬਜ਼ੁਰਗ, ਉਹਦੇ ਪਿਓ ਦਾਦੇ ਸਮਾਜ ਵਿੱਚ ਕੁਝ ਐਸਾ ਕਰਕੇ ਚਲੇ ਜਾਂਦੇ ਨੇ ਕਿ ਜਦੋਂ ਵੀ ਉਹ ਵਿਅਕਤੀ ਸਮਾਜ ਵਿੱਚ ਗਲੀ ਮੁਹੱਲੇ ਵਿੱਚ ਵਿਚਰਦਾ ਹੈ ਤੇ ਲੋਕ ਕਹਿੰਦੇ ਨੇ ਕਿ ਇਹ ਫਲਾਣੇ ਦਾ ਪੁੱਤਰ ਹੈ, ਉਹਦਾ ਆਪਣਾ ਕੋਈ ਯੋਗਦਾਨ ਨਹੀਂ ਹੈ, ਉਹਨੇ ਆਪ ਨੂੰ ਸਮਾਜ ਲਈ ਚੰਗਾ ਕੰਮ ਨਹੀਂ ਕੀਤਾ। ਪਰ ਉਹਦੇ ਬਜ਼ੁਰਗ, ਉਹਦੇ ਪਿਓ ਦਾਦੇ ਕੁਝ ਐਸਾ ਕਰ ਜਾਂਦੇ ਨੇ, ਜਦੋਂ ਵੀ ਉਹ ਗਲੀ ਮੁਹੱਲੇ ਬਾਜ਼ਾਰ ਵਿੱਚ ਨਿਕਲਦਾ ਹੈ ਤੇ ਉਹਦੇ ਬਜ਼ੁਰਗਾਂ ਦੀ ਕਰਨੀ ਦੇਖ ਕੇ ਉਹਨੂੰ ਵੀ ਮਾਣ ਮਿਲਦਾ। ਉਹ ਕਹਿੰਦਾ ਦੂਜੀ ਤਰ੍ਹਾਂ ਦੇ ਉਹ ਲੋਕ ਨੇ ਜਿਨ੍ਹਾਂ ਨੇ ਆਪ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ ਤੇ ਬਜ਼ੁਰਗਾਂ ਨੇ ਵੀ ਕੋਈ ਨੇਕ ਕੰਮ ਨਹੀਂ ਕੀਤਾ ਹੁੰਦਾ, ਪਰ ਉਹਦੇ ਘਰੇ ਪੈਦਾ ਹੋਣ ਵਾਲੀ ਸੰਤਾਨ ਜਿਹੜੀ ਹੈ ਉਹ ਕੋਈ ਐਸਾ ਕੰਮ ਕਰ ਜਾਂਦੀ ਹੈ ਕਿ ਜਦੋਂ ਉਹ ਬੰਦਾ ਬਾਜ਼ਾਰ ਗਲੀ ਮੁਹੱਲੇ ਵਿੱਚ ਨਿਕਲਦਾ, ਸਮਾਜ ਵਿੱਚ ਵਿਚਰਦਾ ਤੇ ਲੋਕ ਕਹਿੰਦੇ ਇਹ ਫਲਾਣੇ ਦਾ ਪਿਓ ਹੈ। ਉਹ ਕਹਿੰਦਾ ਤੀਜੀ ਤਰ੍ਹਾਂ ਦਾ ਬੰਦਾ ਹੁੰਦਾ, ਨਾ ਜਿਹਦੇ ਬਜ਼ੁਰਗਾਂ ਨੇ ਨਾ ਉਹਦੇ ਬੱਚਿਆਂ ਨੇ ਕੋਈ ਧਾਰਨਾ ਕਰ ਲਈ ਹੁੰਦੀ ਹੈ, ਪਰ ਉਹਦਾ ਆਪਣਾ ਜੀਵਨ ਇਹੋ ਜਿਹਾ ਹੁੰਦਾ ਹੈ ਕਿ ਲੋਕ ਉਹਦੇ ਕਦਮਾਂ ਵਿੱਚ ਝੁਕ ਜਾਂਦੇ ਨੇ। ਹੁਣ ਆਪਾਂ ਸਾਰੀ ਗੱਲ ਨੂੰ ਸਾਂਝੀ ਕਰਨਾ ਹੈ। ਜੇ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੀ ਗੱਲ ਕਰਦੇ, ਉਹਨਾਂ ਦੇ ਬਜ਼ੁਰਗਾਂ ਦੀ ਗੱਲ ਕਰਦੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੇ ਪਰਿਵਾਰ ਦੇ ਵਿੱਚੋਂ, ਉਹਨਾਂ ਦੇ ਬਜ਼ੁਰਗਾਂ ਦੇ ਵਿੱਚੋਂ ਸ਼ਹੀਦਾਂ ਦੇ ਸਰਦਾਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੇ ਪਰਿਵਾਰ, ਉਹਨਾਂ ਦੀ ਕੁੱਲ, ਉਹਨਾਂ ਦੇ ਖਾਨਦਾਨ ਦੇ ਵਿੱਚ ਦਲ ਭੰਜਨ ਗੁਰ ਸੂਰਮਾ ਬੜਜੋਧਾ ਤੋਂ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਿਰਭਉ ਨਿਰਵੈਰ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੇ ਪਰਿਵਾਰ ਦੇ ਵਿੱਚ ਗੂੰਗਿਆਂ, ਗੋਰਿਆਂ, ਸ਼ਦਾਈਆਂ ਦੇ ਕੋਲੋਂ ਗੀਤਾ ਦੇ ਅਰਥ ਪਾਉਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਆਪਾਂ ਗੱਲ ਕਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਆਨੰਦਪੁਰ ਸਾਹਿਬ ਦੀਵਾਨ ਲੱਗਿਆ ਪੰਡਿਤ ਕਿਰਪਾ ਰਾਮ ਦਾਤਰ, ਇਹਨਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖੀ ਨਾਲ ਜੁੜਿਆ। ਉਹ
अचानक नहीं आया। आप सोच लेते हैं कि पंडित कृपा राम जिहड़ा वो अचानक नहीं आया। उन्होंने परिवार गुरु नानक देव सच्चे पातशाह महाराज के वेले तो सिੱਖੀ ਨਾਲ जुड़िया होया। हुण वो आके बेनती करता है, कहता दुखी विपर चल आए पूरी आनंद, बाह साडी पकड़िए गुरु हरगोबिंद के चंद। अरदास की महाराज, दुखी बड़े, बाह फड़न वाला कोई नहीं, तुहाडा आसरा तक के आए हैं। इत्थे मैं जरूर बेनती करांगा, जिहड़ा गुरु है ना वो देश काल वस्तु तो अगे है। ये नहीं कि उस वेले दुखी विपर आए सी ते आनंदपुर साहिब च उन्हां दी पुकार सुनी गई सी। अज भी अस्थान हुई है, गुरु भी हुई है। अज भी जो कोई बंदा जाके अपने दिल की पीड़ा उस जगह पर जाके दसेगा ना गुरु, ते गुरु अज भी बाह फड़े। वो कहते दुखी विपर जो चल आए पूरी आनंद, बाह साडी पकड़िए गुरु हरगोबिंद के चंद। ते मारे कहणगे चित चरण कमल का आसरा, चित चरण कमल संग जोड़िए, मन पूछे बुराइयां गुर शब्दी ये मन भोड़िए। बाह जिन्हां दी पकड़िए सिर दीजे बाह ना छोड़िए, तेग बहादुर बोलिया धर पईए धर्म ना छोड़िए। उत्थे तक सतगुरु ने कहा कि सतगुर कहा बच्चियो तुसीं घरी जाओ, सिर देख सत बचांगा मैं, हिंदू धर्म दे बुझ रहती भी अंदर, तेल अपने लहू का पांगा मैं। पाया देश दीयां जड़ां विच लहू अपना, भारत वर्ष का बालका फल रहा है। हुण भी हिंदू मंदिरां दे दीवियां विच लहू तेग बहादुर का फल रहा। किसी विद्वान ने लिखिया, किसी हिंदू भैन को मुखातिब होकर गल करदा, वो कहता भैने जब तू शीशे पूरे खड़ो के अपने सिर विच अपनी मांग में संदूर पाउंदी है ना, क्योंकि उन्हों का कल्चर है, उन्होंने हिस्से है, उन्होंने अपना वखरा डिसिपलिन है। वो कहते मेरी भैने जदों तू अपनी मांग के विच संदूर पाउंदी है ना, तैनूं मां गुजरी के चरणों का ध्यान करना चाहिए, क्योंकि उन्हें अपने सिर का संदूर वार के तेरे संदूर पूजाया। हुण सतगुरु जी ने कहा तुसीं जाओ, समा आ गया। दिल्ली दे विच 11 नवंबर 1675 नूं सतगुरु जी के सामने 3 सिखां की जदों शहादत होंदी है, उस तो बाद हुण जलाल जिहड़ा वो तलवार देखी कर रहा। देखो मैं सारे कॉन्सैप्ट नूं पूरा करना 1 घंटे दे विच, तां मैं कोशिश कर रहा कि तुसीं सारा इतिहास करो सुनिया नहीं, आपां केवल याद करना समझना। गुरु तेग बहादुर सच्चे पातशाह महाराज के सामने जलाल जिहड़ा ना वो अपनी तलवार लिखी कर रहे। तलवार लिखी करदियां करदियां वो सतगुरु जी वालों मुस्कुरा पिया। जलालुद्दीन उसका नाम है, समाने का रहने वाला, समाने का रहने वाला जलालुद्दीन, समाने का रहने वाला वली हसन जिहड़ा कुरान शरीफ के उत्ते औरंगजेब के झूठे सिग्नेचर करके आनंदपुर साहिब के किले को छड्डण लई सतगुरु जी मजबूर करता है। ये वली हसन के समाने का रहने वाला है। ते शासन बेग ते बादशाह बेग जिन्हां ने छोटे साहिबजादे को जिवा किया वो भी समाने के रहने वाले। एक मैं उन्हें बेनती करा, जलाल 2 तरह के होंदे। एक जलाल होंदा सैयद परिवार के नाल संबंधित, जदों किसी धार्मिक व्यक्ति को सजा दी जानी है ना, वो आम जलाल नहीं दे सकता। वो जलाल होंदे सी सैयद परिवार के विचों। क्यों? क्योंकि सजा देने तो पहला जलाल जदों काजी ने यह गल पूछनी है कि जे तू इस्लाम में आ जाए तो तेनों माफ कर देने, जो बंदा बन जाए कि मैं इस्लाम में आना है, तो फिर वो सारी प्रक्रिया निभाता सी जलाल। दूजा जलाल होंदा सी जिहड़ा आम क्रिमिनल ते कानून ऊपर सजा देता सी। ये जिहड़े जलाल ने ये सैयद परिवार विचों आए। हुण वो तलवार की करदा है ते गुरु जी वाल वेख के मुस्कुरा दिंदा। उत्थे सतगुरु गुरु तेग बहादुर साहिब कहण लगे ऐ जलाल तूं तां हस रहा, तूं सोचदा है कि मैं डर जावांगा। कहते जे मैं करतारपुर के मैदान दे विच, क्योंकि सूरमे की डेफिनेशन ये नहीं होंदी भी
ਵੀ ਸੂਰਮਾ ਜਿਹੜਾ ਉਹ ਤਲਵਾਰ ਚਲਾ ਸਕਦਾ, ਪਰ ਕਹਿੰਦੇ ਸੂਰਮਾ ਉਹ ਹੁੰਦਾ ਜਿਹੜਾ ਮੌਕਾ ਆਉਣ ਤੇ ਤਲਵਾਰ ਦਾ ਵਾਰ ਖਾ ਵੀ ਸਕਦਾ ਹੋਵੇ, ਕਿਉਂਕਿ ਮੈਦਾਨ ਜੰਗ ਵਿੱਚ ਦੋਵੇਂ ਗੱਲਾਂ ਸੰਭਵ ਹੁੰਦੀਆਂ ਨੇ। ਜੇ ਆਪਾਂ ਕਿਸੇ ਨੂੰ ਮਾਰਨਾ ਹੈ ਜੋ ਵੀ ਆਪਾਂ ਨੂੰ ਮਾਰ ਸਕਦਾ, ਮਰ ਕਹਿੰਦੇ ਜੇ ਮੈਂ ਕਰਤਾਰਪੁਰ ਦੇ ਮੈਦਾਨ ਦੇ ਵਿੱਚ ਤਲਵਾਰ ਚਲਾ ਸਕਦਾ, ਮੈਂ ਤੈਨੂੰ ਭਰੋਸੇ ਨਾਲ ਕਹਿੰਦਾ ਮੇਰੇ ਕੋਲ ਇੰਨਾ ਜਿਗਰਾ ਹੈ ਮੈਂ ਤਲਵਾਰ ਖਾ ਵੀ ਸਕਦਾ, ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ, ਤੂੰ ਮੈਨੂੰ ਤਲਵਾਰ ਦਾ ਡਰ ਦੇ ਰਿਹਾ ਨਾ, ਤੇ ਸਤਿਗੁਰੂ ਜੀ ਕਹਿ ਲੱਗੇ ਮੇਰੇ ਵੱਲੋਂ ਜਾ ਕੇ ਔਰੰਗਜ਼ੇਬ ਨੂੰ ਇਹ ਗੱਲ ਕਹਿ ਦੇਣੀ, ਮੈਂ ਨਾ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾ, ਮੈਨੂੰ ਲਗਦਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਉਹ ਤੇਗਾ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਬਾਪੂ ਨੇ ਕਹਿੰਦੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਜਾ ਪਰਖਦਾ ਤੇਰਾ ਪਿਓ ਤੇਗਾ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਗਾਉਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਮਾਰੇ ਕਹਿੰਦੇ ਵੀ ਕਾਇਮ ਆਵੇਗਾ, ਅੱਜ ਤੁਸੀਂ ਮੈਨੂੰ ਤਲਵਾਰ ਨਾਲ ਤੇਗ ਨਾਲ ਸ਼ਹੀਦ ਕਰਨਾ ਚਾਹੁੰਦੇ ਹੋ, ਮੇਰਾ ਨਾਮ ਤੇਗ ਬਹਾਦਰ ਹੈ, ਜੇ ਮੈਂ ਤੇਗ ਚਲਾ ਸਕਦਾ ਤੇਗ ਖਾ ਵੀ ਸਕਦਾ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਜਿਹੜੀ ਤੇਗ ਮੇਰੇ ਪੁੱਤਰ ਨੇ ਲਾਉਣੀ ਹੈ ਨਾ ਉਹਦੀ ਤਾਬ ਤੁਸੀਂ ਚੱਲ ਨਹੀਂ ਸਕਦੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਚਾਂਦਨੀ ਚੌਕ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕਲਗੀਆਂ ਵਾਲੇ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਬਣ ਜਾਂਦੇ ਆ। ਸਮਾਂ ਆਪਣੀ ਚਾਲ ਚੱਲਦਾ ਹੈ, ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਇਤਿਹਾਸ ਦੇ ਵਿੱਚ ਆਉਂਦੇ ਨੇ। 22 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਭੰਗਾਣੀ ਦੇ ਮੈਦਾਨ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਵੇਖੋ ਇੱਕ ਹੁੰਦੀ ਹੈ ਰਿਆਸਤ, ਡਿਕਟੇਟਰਸ਼ਿਪ, ਰਾਜ ਭਾਗ, 4 ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਗੱਲ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਰਾਜ ਕਰਨ ਲਈ ਪਹਿਲਾਂ ਸਪੇਸ ਚਾਹੀਦਾ, ਆਰਮੀ ਚਾਹੀਦੀ ਹੈ, ਮਾਲ ਅਸਬਾਬ ਚਾਹੀਦਾ ਤੇ ਬਿਊਰੋਕ੍ਰੇਸੀ ਚਾਹੀਦੀ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੋਲ ਸਪੇਸ ਹੈ, ਧਰਤੀ ਹੈ, ਅਨੰਦਪੁਰ ਸਾਹਿਬ, ਪਰ ਜਿਸ ਤਰ੍ਹਾਂ ਦਾ ਦੂਜੇ ਲੋਕ ਰਾਜ ਕਰ ਰਹੇ ਨੇ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਨਹੀਂ ਹੈਗਾ ਮਹਾਰਾਜ ਦੇ ਕੋਲ। ਪਰ ਜਿਹੜਾ ਸੱਚ ਹੁੰਦਾ ਨਾ, ਕਿਉਂਕਿ ਗੁਰਬਾਣੀ ਦੀ ਗੱਲ ਕੀ ਹੈ, ਨਾਨਕ ਰਾਜ ਚਲਾਇਆ ਸੱਚ ਕੂਟ ਸਤਾਣੀ ਨਹੀਂ ਹੁੰਦਾ। ਕਹਿੰਦੇ ਰਾਜ ਗੁਰੂ ਨਾਨਕ ਨੇ ਵੀ ਚਲਾਇਆ, ਪਰ ਉਸ ਰਾਜ ਦੀਆਂ ਜਿਹੜੀਆਂ ਨੀਹਾਂ ਨੇ ਨਾ ਉਹ ਸੱਚ ਉੱਤੇ ਖੜੋਤੀਆਂ ਨੇ। ਰਾਜ ਪਤਾ ਦੂਜੇ ਨਹੀਂ ਕਰਦੇ ਰਹੇ। ਡਾਕਟਰ ਮੁਹੰਮਦ ਇਕਬਾਲ ਨੇ ਲਿਖਿਆ, ਕਹਿੰਦਾ 2 ਤਰ੍ਹਾਂ ਦੀ ਰਾਜ ਪ੍ਰਣਾਲੀ ਆਪਾਂ ਦੇਖਦੇ ਹਾਂ, ਇੱਕ ਹੁੰਦੀ ਹੈ ਡਿਕਟੇਟਰਸ਼ਿਪ, ਪੁਸ਼ਤੈਨੀ ਰਾਜ, ਪੀੜ੍ਹੀ ਦਰ ਪੀੜ੍ਹੀ ਜਿਵੇਂ ਰਾਜ ਚੱਲਦਾ ਹੈ, ਥਾਈਲੈਂਡ ਦੇ ਵਿੱਚ ਹੁਣ ਵੀ ਚੱਲਦਾ ਹੈ, ਭੂਟਾਨ ਦੇ ਵਿੱਚ ਹੁਣ ਵੀ ਚੱਲਦਾ ਹੈ। ਇੱਕ ਹੁੰਦੀ ਹੈ ਡੈਮੋਕ੍ਰੇਸੀ, ਲੋਕਤਾਂਤਰਿਕ ਢਾਂਚਾ, ਵੋਟਾਂ ਨਾਲ ਚੁਣੀ ਹੋਈ ਸਰਕਾਰ। ਉਹ ਕਹਿੰਦਾ ਰਾਜ ਪ੍ਰਬੰਧ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ, ਪਰ ਜਦੋਂ ਰਾਜ ਕਰਨ ਵਾਲਿਆਂ ਦੇ ਅੰਦਰੋਂ ਧਨ ਮਾਫੀ ਹੋ ਜਾਵੇ ਨਾ, ਉਹ ਪ੍ਰਜਾ ਨੂੰ ਕੁਝ ਵੀ ਚੰਗਾ ਨਹੀਂ ਦੇ ਸਕਦੇ। ਉਹ ਕਹਿੰਦਾ ਜਲਾਲੇ ਪਾਤਸ਼ਾਹੀ ਹੋ ਜਾਂ ਉਹ ਜ਼ਬੂਰੀ ਤਮਾਸ਼ਾ, ਜਲਾਲੇ ਪਾਤਸ਼ਾਹੀ ਡਿਕਟੇਟਰਸ਼ਿਪ, ਪੁਸ਼ਤੈਨੀ ਰਾਜ। ਉਹ ਕਹਿੰਦਾ ਜਲਾਲੇ ਪਾਤਸ਼ਾਹੀ ਹੋ ਜਾਂ ਉਹ ਜ਼ਬੂਰੀ तमाशा, जुदा हो दी सियासत से तो रह जाती है चंगेजी। कहते जो राज करने वाले के अंदरों धर्म माफी हो जाए, धर्म चला जाए, तो चंगेज खान तो बाद कुछ भी चंगा नहीं कर सकते। उन्होंने गिनती जनता की अज भी आप देखते हैं। हुण गुरु गोबिंद सिंह महाराज को लड़ना पैंदा है, और साडा इतिहास कहता है कि महाराज सच्चे पातशाह कभी भी किसी उत्ते पहला हमलावर नहीं हुए। दो मैं उदाहरण पेश कर दी, उस तो बाद आगे चलना है। हुण हरीचंद हंडूरिया जिहड़ा बड़ा मन्निया तीर अंदाज, मैदानी जंग दे विच, भंगाणी दे मैदानी जंग विच वो कलगीधर दे सामने आया। हुण महाराज नूं कहंदे भी हरीचंद तूं वार कर, वो हस पैंदा, कहंदा गुरु नूं युद्ध नीति दा बिल्कुल नहीं पता, क्योंकि गुरु पहलों मैदान जंग में आया, हक इन्हां दा बनना सी, पर चलो मैनूं कह रहे ने मैं वार करांगा। वो हुण वार करदा है ते कलगीधर कहंदे ने कि सब कुछ पहला उन्हें घोड़े का निशाना बनाया, घोड़े का निशाना बनाया,
ਵਾਰ ਕਰ ਲਈ ਗਿਆ। ਦੂਜੀ ਵਾਰ ਫੇਰ ਮਾਰੇ ਕਹਿੰਦੇ ਹਰੀਚੰਦ ਨੂੰ ਵਾਰ ਕਰ। ਹੁਣ ਉਹ ਕਹਿੰਦਾ ਜੀ ਨਾ ਤੇ ਗੁਰੂ ਨੂੰ ਯੁੱਧ ਨੀਤੀ ਦਾ ਪਤਾ ਹੈ, ਨਾ ਗੁਰੂ ਨੂੰ ਰਾਜਨੀਤੀ ਦਾ ਪਤਾ ਹੈ, ਕਿਉਂਕਿ ਰਾਜਨੀਤਿਕ ਬੰਦਾ ਕਦੇ ਵੀ ਕਿਸੇ ਦੂਜੇ ਬੰਦੇ ਨੂੰ ਮੌਕਾ ਨਹੀਂ ਦਿੰਦਾ ਹੁੰਦਾ। ਆਪਾਂ ਸਾਰਿਆਂ ਨੂੰ ਪਤਾ ਉਹ ਮੌਕਾ ਸਾਂਭਦਾ ਜ਼ਰੂਰ ਹੈ, ਕਿਸੇ ਨੂੰ ਮੌਕਾ ਦਿੰਦਾ ਨਹੀਂ। ਹੁਣ ਉਹ ਦੂਜੀ ਵਾਰੀ ਵਾਰ ਕਰਦਾ ਤੇ ਕਹਿੰਦੇ ਕੰਨ ਨੂੰ ਛੂਹ ਕੇ ਲੱਗ ਜਾਂਦਾ ਸੀ। ਫਿਰ ਮਾਰ ਕੇ ਹਰੀਚੰਦ ਹੋਰ ਵਾਰ ਕਰਦਾ, ਉਹ ਬੜਾ ਹੱਸਦਾ, ਕਹਿੰਦਾ ਗੁਰੂ ਜਮਾਂ ਹੀ ਫਕੀਰ ਹੈ, ਨਾ ਇਹਨੂੰ ਯੁੱਧ ਨੀਤੀ ਦਾ ਪਤਾ ਹੈ, ਨਾ ਹੀ ਇਹਨੂੰ ਰਾਜਨੀਤੀ ਦਾ ਪਤਾ ਹੈ, ਮੈਨੂੰ ਤੀਜਾ ਮੌਕਾ ਦੇ ਰਹੇ ਨੇ। ਜਦੋਂ ਤੀਜਾ ਤੀਰ ਚਲਾਉਂਦਾ, ਮੈਂ ਤੇ ਜ਼ਰੂਰ ਬੇਨਤੀ ਕਰਾਂਗਾ, ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਕਮਾਨ ਹੈ ਨਾ, ਉਹ 9 ਟੰਕੀ ਹੈ। ਇੱਕ ਟੰਕ 25 ਕਿਲੋ ਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿਹੜਾ ਕਮਾਨ ਹੈ ਨਾ, ਉਹਦਾ weight 2 ਕੁਆਂਟਲ 25 ਕਿਲੋ ਹੈ, ਜਿਹਨੂੰ ਇੱਕ ਹੱਥ ਨਾਲ ਫੜਨਾ ਪੈਂਦਾ, ਦੂਜੇ ਹੱਥ ਨਾਲ ਤੀਰ ਚਲਾਉਣਾ ਪੈਂਦਾ। 2 ਕੁਆਂਟਲ 25 ਕਿਲੋ ਦਾ ਕਮਾਨ ਅੱਜ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈਗਾ, ਕਿਤੇ ਵੀ ਨਹੀਂ, ਅੱਜ ਵੀ ਨਹੀਂ ਹੈਗਾ, ਜਿਹਨੂੰ ਇੱਕ ਹੱਥ ਨਾਲ ਫੜ ਕੇ ਦੂਜੇ ਹੱਥ ਨਾਲ ਤੀਰ ਚਲਾਉਣਾ ਪੈਂਦਾ। ਹੁਣ ਮਹਾਰਾਜ ਆਪਣੇ ਕਮਾਨ ਤੋਂ ਮਹਾਰਾਜ ਨੇ ਕਿਹਾ ਨਾ ਬਣ ਜਗ੍ਹਾ ਬਾਣ ਲਾ ਕੇ। ਹੁਣ ਜਦੋਂ ਤੀਜਾ ਵਾਰ ਚਲਾਉਂਦਾ ਤੇ ਕਹਿੰਦੇ ਜਾ ਕੇ ਪੇਟੀ ਵਿੱਚ ਲੱਗਦਾ ਤੇ ਥੋੜੀ ਜਿਹੜੀ ਚੁੰਝ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੇਟ ਨੂੰ ਛੂਹ ਜਾਂਦੀ। ਮਹਾਰਾਜ ਕਹਿੰਦੇ ਜਗ੍ਹਾ ਬਾਣ ਲਾ ਗਿਓ, ਤਗਾ ਰੁਸ ਜਾਗਿਓ, ਕਰਮ ਲੈ ਕਮਾਨਨ ਹਣਨ ਬਾਣ ਤਾਣ, ਹਰੀਚੰਦ ਮਾਰੇ ਸੋ ਜੋਧਾ ਲਤਾਰੇ, ਕਰਗੀ ਤਰਜੀ। ਇੱਕ ਵਾਰ ਕਰਦੇ ਆ ਤੇ ਹਰੀਚੰਦ ਦੇ ਸੀਨੇ ਨੂੰ ਬਿੰਨ ਦਿੰਦਾ ਤੀਰ ਤੇ ਹਰੀਚੰਦ ਘੋੜੇ ਦੇ ਥੱਲੇ ਡਿੱਗ ਪੈਂਦਾ। ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯੁੱਧ ਨੀਤੀ। ਮੈਦਾਨੇ ਜੰਗ ਦੇ ਵਿੱਚ ਵੀ ਆਪਣੇ ਦੁਸ਼ਮਣ ਨੂੰ 3 ਵਾਰ ਕਰਨ ਦਾ ਮੌਕਾ ਦਿੰਦੇ। ਦੂਜਾ, ਸਤਿਗੁਰੂ ਜੀ ਆਪਣੇ ਦਰਬਾਰ ਦੇ ਵਿੱਚ ਬੈਠੇ ਹੋਏ ਆ ਤੇ ਸਿੰਘ ਨਾ ਇੱਕ ਡੋਲੀ ਲੈ ਕੇ ਆ ਜਾਂਦੇ ਨੇ। ਮਾਰੇ ਕਹਿੰਦੇ ਵੀ ਇਹ ਕੀ? ਭਾਈ ਮਾਨ ਸਿੰਘ ਅੱਗੇ ਆਉਂਦਾ, ਕਹਿੰਦਾ ਮਹਾਰਾਜ ਵੀ ਅਸੀਂ ਰਹੀਮਪੁਰ ਦੇ ਨਵਾਬ ਦੇ ਨਾਲ ਸਾਡੀ ਲੜਾਈ ਹੋਈ ਹੈ, ਉਹ ਮੈਦਾਨੇ ਜੰਗ ਦੇ ਵਿੱਚ ਇਹ ਡੋਲੀ ਛੱਡ ਕੇ ਭੱਜ ਗਿਆ ਤੇ ਅਸੀਂ ਲੈ ਆਏ। ਮਾਰੇ ਕਹਿੰਦੇ ਵੇਖੋ ਕੀ ਆ, ਪਰਦਾ ਹਟਾਇਆ, ਵਿੱਚ ਇੱਕ ਕਿਸੇ ਦੀ ਧੀ, ਇੱਕ ਔਰਤ, ਕੋਈ ਬੀਬੀ ਬੈਠੀ ਹੋਈ ਹੈ। ਮਾਰੇ ਪੁੱਛਦੇ ਕੌਣ ਹੈ ਤੂੰ? ਉਹ ਕਹਿੰਦੀ ਜੀ ਮੈਂ ਨਾਰ ਖਾਨ ਦੀ ਬੇਟੀ। ਨਾਰ ਖਾਨ ਉਹ ਜਿਹਨੇ ਚਮਕੌਰ ਦੀ ਗੜੀ ਨੂੰ ਪੌੜੀ ਲਾ ਕੇ ਪਹਿਲੀ ਵਾਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਮਹਾਰਾਜ ਨੇ ਆਪਣਾ ਗੁਰਜ ਮਾਰਿਆ। ਨਾਰ ਖਾਨ ਇਹ ਸ਼ੇਰ ਮੁਹੰਮਦ ਦਾ ਭਰਾ ਹੈ, ਜਿਹੜਾ ਮਲੇਰਕੋਟ ਦਾ ਨਵਾਬ ਸੀ। ਤੇ ਉੱਥੇ ਫਿਰ ਸਿੱਖਾਂ ਨੇ ਸਵਾਲ ਕੀਤਾ, ਕਹਿੰਦੇ ਪੁਨ ਸਿੰਘਣ ਬੂਝੇ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾਏ, ਕਿਉਂ ਗੁਰ ਸ਼ਾਸਤਰ ਵਰਜ ਹਟਾਏ। ਕਹਿੰਦੇ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਮੁਸਲਮਾਨ ਵੀ ਸਾਡੀਆਂ ਧੀਆਂ ਨੂੰ ਲੁੱਟ ਕੇ ਲੈ ਜਾਂਦੇ, ਅਸੀਂ ਅੱਜ ਬਦਲਾ ਲੈਣਾ। ਦੇਖੋ ਗੁਰੂ ਦੀ ਲੜਾਈ ਤੇ ਆਮ ਜਿਹੜਾ ਪੋਲੀਟੀਕਲ ਬੰਦਾ ਹੈ, ਜਿਹੜਾ ਰਾਜਸੀ ਹਿੱਤਾਂ ਵਾਸਤੇ ਲੜ ਰਿਹਾ, ਉਹਦੀ ਲੜਾਈ ਵਿੱਚ ਅੰਤਰ ਕੀ ਹੈ? ਤੇ ਮਾਰੇ ਕਹਿੰਦੇ ਵੀ ਜੇ ਆਪਾਂ ਉਹਨਾਂ ਵਰਗਾ ਬੰਨਿਆ ਤੇ ਫਿਰ ਉਹਨਾਂ ਵਿੱਚ ਤੇ ਆਪਣੇ ਵਿੱਚ ਫਰਕ ਕੀ ਹੋਇਆ? ਸਿੱਖਾਂ ਸਵਾਲ ਕੀਤਾ, ਹੁਣ ਸਿੰਘਣ ਬੂਝੇ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾਏ, ਕਿਉਂ ਗੁਰ ਸ਼ਾਸਤਰ ਪਰਜ ਹਟਾਏ। ਸੁਣ ਸਤਿਗੁਰ ਬੋਲੇ ਤਿਸ ਵੇਲੇ, ਹਮ ਲੈ ਜਾਨੋ ਪੰਥ ਉਚੇਰੇ, ਨਾਹੀਂ ਅਦੋਗਤ ਮਿੱਠਾ ਪਹੁੰਚਾਵੇ, ਤਾਂ ਤੇ ਕਲ ਮਲ ਕਰਨ ਹਟਾਵੇ। ਮਾਰੇ ਕਹਿੰਦੇ ਮੈਂ ਪੰਥ ਨੂੰ ਬਹੁਤ ਉੱਚੀਆਂ ਲੈ ਕੇ ਜਾਣਾ, ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਆਪਾਂ ਉਹਨਾਂ ਵਰਗਾ ਬਣੀਏ। ਇਹ ਦੂਜੀ ਉਹਨਾਂ ਦੀ ਵਡਿਆਈ ਹੈ, ਦੂਜੀ ਸਿਫਤ ਹੈ ਕਿ ਜੇ ਦੁਸ਼ਮਣ ਦੀ ਧੀ ਵੀ ਹੱਥ ਆ ਜਾਂਦੀ ਹੈ ਤੇ ਮਾਰੇ ਕਹਿੰਦੇ ਜਿਸ ਤਰੀਕੇ ਨਾਲ ਤੁਸੀਂ ਲੈ ਕੇ ਆਏ ਹੋ ਨਾ, ਉਸੇ ਤਰੀਕੇ ਨਾਲ ਇਹਨੂੰ ਛੱਡ ਕੇ ਵੀ ਆਓ। ਸਮਾਂ ਆਪਣੀ ਚਾਲ ਚੱਲਦਾ ਜੀ, ਕਿਉਂਕਿ ਸੱਚ ਨੂੰ ਦਬਾਉਣ ਜਿਹੜੀ ਰਾਜਨੀਤਿਕ ਧਿਰ ਹੁੰਦੀ ਨਾ, ਰਾਜਨੀਤਿਕ ਧਿਰ ਦਾ ਕੋਈ ਧਰਮ ਨਹੀਂ ਹੁੰਦਾ, ਚਾਹੇ ਔਰੰਗਜ਼ੇਬ ਹੋਵੇ, ਚਾਹੇ ਗੋਰੀ ਹੋਵੇ, ਕੋਈ ਬੰਦਾ ਵੀ ਹੋਵੇ। ਉਹਨਾਂ ਦਾ ਧਰਮ ਹੁੰਦਾ ਹੈ ਕਿ ਜਨਤਾ ਨੂੰ ਦਬਾਇਆ ਕਿਵੇਂ ਜਾਏ। ਉਹਨਾਂ ਦਾ ਵਾਸਤਵ ਵਿੱਚ ਕੋਈ ਧਰਮ ਨਹੀਂ ਹੁੰਦਾ। ਹੁਣ ਔਰੰਗਜ਼ੇਬ ਕੀ ਹੈਗਾ, ਮੈਂ ਤੁਹਾਡਾ ਧਿਆਨ ਥੋੜਾ ਜਿਹਾ ਦਵਾ ਦਿਆਂ। ਆਗਰੇ ਕਿਲੇ ਵਿੱਚ ਕੈਦ ਹੈਗਾ ਹਿੰਦੁਸਤਾਨ ਦੇ ਤਖਤ ਦਾ ਮਾਲਿਕ ਸ਼ਾਹਜਹਾਂ, ਸਾਊਥ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ। ਉਹ ਆਪਣੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖਦਾ, ਸ਼ਾਹਜਹਾਂ,
क्योंकि औरंगजेब ने अपने पिता को कैद किया, अपने भरावां का कतल किया, अपनी भैन का कतल किया, इत्थों तक अपनी धी नूं भी साला बत्ती उन्हें नजर बंद करके रखा। हुण शाहजहां औरंगजेब को चिट्ठी लिखदा कहंदा पुत्रा तू कहना कि हिंदू माड़े आ, पर मैं कहना तेरे नाल ते चंगे ने ना, क्योंकि वो ते अपने मर चुके बुजुर्गों को भी पानी दिंदे आ ते मैं तेरा प्यो हिंदुस्तान के तख्त का मालिक, तू मैनू 2 घुट पानी नहीं दिंदा पीण वास्ते। हुण किहो जिहा होया औरंगजेब, जिहड़ा औरंगजेब अपने पिता नाल इस तरह कर सकदा ओहदे तो आपां की आस कर सकदे। हुण औरंगजेब ओहदी चिट्ठी का जवाब दिंदा है, कहंदा पिता जी अब्बू जान आ जिहड़ा तुसीं लेक्चर मेरे ते झाड़िया ना, जिहड़ा भाषण दिंदा है ਇਹਦਾ मेरे ते कोई असर नहीं होने वाला। मैं तुहानूं एक सलाह देनी चाहुंदा कि जिन्ना को पानी तुसीं शाही विच पा के शाही बनाई है ना, ये पानी तुहाडे पीण दे काम आ सकदा है। इस तरह के नेचर का मालक है औरंगजेब। नीति इक्को ही है। देखो लड़ाई हैगी विचारधारा, जो मैं जरूर स्पष्ट करना चाहुंदा। जे आपां ये सोच के चलदे हां ना कि कोई खास फिरका किसी खास पूजा के विधान को मनण वाले लोग साडे ते हमलावर ने जां सानू खत्म करना चाहुंदे आ, मैं तुहाडा ध्यान दिवाउणा चाहुंदा कि ਜਿਹੜੀਆਂ 22 ਮੰਜੀਆਂ गुरु अमरदास जी ने बख्शियां सी ना प्रचारकां दीयां, ਉਹਦੇ ਵਿੱਚ ਇੱਕ मुसलमान नहीं रखा ਜਿਹੜਾ सिक्खी का प्रचार करता है। जे एक मुसलमान सिक्खी का प्रचार कर सकता है तो ਇਹਦਾ मतलब ਇਹ है कि साडे इत्थे कोई भी ਜਿਹੜਾ ਅਸੀਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸਾਡੇ ਇੱਥੇ ਕੋਈ ਵੀ ਫਿਰਕਾ ਪ੍ਰਸਤੀ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਫਿਰਕਾ ਪ੍ਰਸਤੀ ਨਹੀਂ। ਪਰ ਔਰੰਗਜ਼ੇਬ ਦੀ ਗਵਰਨਮੈਂਟ ਦੀ ਸਰਕਾਰ ਦੀ ਇੱਕ ਨੀਤੀ ਹੈ ਕਿ ਕਿਸੇ ਤਰੀਕੇ ਨਾਲ ਇਸ ਧਰਮ ਵਿੱਚੋਂ ਆਉਂਦੀ ਹੋਈ ਸੱਚ ਦੀ ਆਵਾਜ਼ ਨੂੰ ਦਬਾਇਆ ਜਾਵੇ। ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਆਪਾਂ ਆਪਣੇ ਮੁੱਦੇ ਤੇ ਆਏ ਸੀ, 8 ਮਹੀਨੇ ਘੇਰਾ ਪਿਆ ਹੈ। देखो साउथ एशिया की सब तो बड़ी हुकूमत है, पर गुरु के कोलों किला नहीं खाली कर सकता। आटे की लोग बना के पेश की, कई तरह के बाल छल किए, अखीर दे विच जी सतगुरु जी ने आनंदपुर साहब छड्ड दिता। मैनूं किसी ने सवाल किया जी भी आनंदपुर साहब आपां कहने कि गुरु साहब की जिहड़ी रिहाइश मारे आनंदगढ़ किले चले गए। आनंदपुर साहब को छड्डिया सरसा नदी के किनारे उत्ते आ गए ने महाराज। परिवार 3 हिस्सियां च वंडिया गया, आपां नूं पता है। इत्थे मैं एक होर तुहाडा ध्यान दिवाउणा चाहुंदा। अज आपां जिन्ने आ मेरे समेत मैनूं किते क्योंकि जाना आना बणिया रहिंदा, किते लेट हो जाइए, जे सवेरे घर दे कहना भी उठ पिया मैं उठदा नहीं, कह दें नहीं जी बड़े थके हैं, रात लेट आए से प्रोग्राम तो नहीं उठा जाना जी। मन कई तरह के बहाने ला लेता है। आप अपने बच्चे होंगे ना जो स्कूल जाना होंगे, कई उन्होंने चेहरा देखना होंगे, सिर भी पीड़ करता होंगे, पेट भी दर्द करता होंगे, पर जो आप कहते भी चलो छुट्टी कर दो जी, अद्धे घंटे बाद खुशियां मारनी शुरू कर देते, ना सिर भी होता ना ढिड भी होता, छुट्टी चाहिए होती है। अपना भी नेचर इस तरह का आपां भी चाहुंदे हां भी ना उठना पवे, ना नितनेम करना पवे, ना कोई सिमरन करना पवे, भी किसी तरीके नाल साडी जान छुट जाए, बहाना कोई भी असीं ला सकते हैं। पर मैं क्योंकि एक पंक्ति आपां पढ़दे हां, धन धन गुरु जिन नाम आराध्या, गुरु धन जिन्हें पहला आप नाम की आराधना की है। प्रचारक ते गुरु विच ये फर्क है, प्रचारक ते गुरु विच ये फर्क है। हुण मान लो मैं तुहानूं कहता नाम जपया करो, तुसीं बड़ी मेरे घरे जाके देखना है जपदा कि नहीं जपदा, पर गुरु जिहड़ी गल कहंदी है, गुरु उस आप गल नूं मुकम्मल तौर पर अपने जीवन च लागू करदा है। बुजुर्ग बैठे पता आपां नूं कि उदों तारियां नूं वेख के ना जी, तारियां नूं वेख के टाइम का अंदाजा ला लिया जाता सी। हुण जो सरसा दे कंढे ते आए ते मारे कहंदे कि भाई दया सिंह भाई दया सिंह
ਮਾਲੂਮ ਹੁੰਦਾ ਹੈ ਕਿ ਅੰਮ੍ਰਿਤ ਵੇਲਾ ਹੋ ਗਿਆ, ਆਸਥਾ ਦੀ ਵਾਰ ਦਾ ਟਾਈਮ ਹੋ ਗਿਆ। ਹੁਣ ਸਾਰਿਆਂ ਦੇ ਦਿਲ ਵਿੱਚ ਇਹ ਗੱਲ ਆ ਕਿ ਹੁਣ ਕਿਵੇਂ ਕੀਰਤਨ ਹੋਵੇਗਾ। ਦਿਨ ਵੀ ਠੰਡ ਦੇ ਨੇ, ਬਾਹਰ ਉੱਥੇ ਕਿਹੜਾ ਕੁਛ ਮਿਆਨੇ ਲੱਗੇ ਸੀ, ਠੰਡੀ ਹਵਾ ਚੱਲਦੀ ਹੈ, ਨਦੀ ਦਾ ਕਿਨਾਰਾ ਹੈ, ਉੱਤੋਂ ਮੀਂਹ ਪੈ ਰਿਹਾ, ਪਿੱਛੇ ਫੌਜ ਹੈ। ਪਰ ਗੁਰੂ ਨੇ ਸਾਡੇ ਲਈ ਪੂਰਨਾ ਪਾਇਆ ਕਿ ਸਿੱਖ ਭਾਵੇਂ ਜਿਹੜੇ ਮਰਜ਼ੀ ਟਾਈਮ ਦੇ ਵਿੱਚੋਂ ਗੁਜ਼ਰਿਆ ਹੋਵੇ, ਉਹ ਆਪਣੇ ਇਸ਼ਟ, ਆਪਣੇ ਅਕਾਲ ਨੂੰ, ਆਪਣੇ ਪਰਮਾਤਮਾ ਨੂੰ ਕਦੀ ਭੁਲਾਏ ਨਾ। ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਥਾ ਸਰ पे वक्त आ गया आशा की बार का, साजों की जीरो बम का चढ़ाओगा उतार का, मनशा था कलगी धर के दिले बेकरार का, मौका मिले तो कर ले भजन किरदगार का, जब महाबंदगी हुई नानक की जानशी आ टूटे खालसा में अचानक कही। ਕਹਿੰਦਾ ਉਸ ਘੜੀ ਦੇ ਵਿੱਚ ਵੀ ਕਲਗੀਧਰ ਨੇ ਆਪਣੇ ਨਿਤਨੇਮ ਨੂੰ ਭਜਾਇਆ ਨਹੀਂ। ਸਰਸਾ ਤੋਂ ਪਾਰ ਹੋਏ ਜੀ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆ ਗਏ ਨੇ ਆਪਣੇ ਵੱਡੇ ਪੁੱਤਰਾਂ ਦੇ ਹੋਰ, ਕਿਉਂਕਿ ਕਈ ਜਿਹੜੇ ਆਪਾਂ 40 ਕਹਿੰਦੇ ਆ, ਵੈਸੇ ਇਤਿਹਾਸਕਾਰ ਕਹਿੰਦੇ ਵੀ 44 ਸਿੰਘ ਸੀ। ਖੈਰ 10 ਲੱਖ ਦਾ ਘੇਰਾ ਪਿਆ। ਹੁਣ ਕਈ ਸਾਡੇ ਵਿਦਵਾਨ ਇਸ ਗੱਲ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ ਜਦੋਂ ਵੀ 10 ਲੱਖ ਬੰਦਾ ਦਾ ਇਤਿਹਾਸ ਹੈ। ਪਰ ਜੇ ਆਪਾਂ ਜ਼ਫਰਨਾਮੇ ਨੂੰ ਗੁਰੂ ਕ੍ਰਿਤ ਮੰਨਦੇ ਆ ਤੇ ਉਹਦੇ ਵਿੱਚ ਮਹਾਰਾਜ ਨੇ ਇਹ ਗੱਲ ਜ਼ਰੂਰ ਲਿਖੀ ਹੈ ਕਿ 10 ਲੱਖ ਪਰ ਆਇਤ ਬਰੋ ਬੇਖਬਰ, ਕਿ ਉਸ ਵੇਲੇ ਮੇਰੇ ਨਾਲ 40 ਸੀ ਪਰ ਉਹ 10 ਲੱਖ। ਚਲੋ ਇਹ ਖੋਜ ਦਾ ਵਿਸ਼ਾ ਇਤਿਹਾਸ ਦੀ ਖੋਜ ਜਿਹੜੀ ਨਿਰੰਤਰ ਜਾਰੀ ਰਹਿੰਦੀ ਹੁੰਦੀ ਹੈ। ਹੁਣ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਬਾਹਰ ਫੌਜ ਹੈ ਤੇ ਆਪਾਂ ਲੱਗਣਾ। ਜਦ ਵੀ ਬਾਹਰ ਨਿਕਲੇ ਲੜਾਈ ਹੁੰਦੀ ਰਹੀ। ਸਤਿਗੁਰੂ ਜੀ ਦਾ ਵੱਡਾ ਪੁੱਤਰ ਆਗਿਆ ਲਈ ਇੱਕ ਗੱਲ ਉਹਨੇ ਕਹੀ ਗੁਰੂ ਸਾਹਮਣੇ, ਪਿਤਾ ਨੂੰ ਮਾਰੇ ਕਹਿੰਦਾ ਕਿ ਵੀ ਤੂੰ ਮੇਰਾ ਪੁੱਤ ਹੈ, ਦੇਖੀ ਤੇਰੀਆਂ ਰਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਦੌੜ ਰਿਹਾ ਹੈ। ਜਿਨ੍ਹਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਭੈ ਕਾ ਉਤੋਂ ਦੇਤ ਨੇ ਨਹਿ ਪਹਿਮਾਨ ਪਾਨ, ਤੇ ਅੱਗੋਂ ਸਾਹਿਬਜ਼ਾਦਾ ਕੀ ਕਹਿੰਦਾ, ਕਹਿੰਦਾ ਪਿਤਾ ਜੀ ਨਾਮ ਦਾ ਅਜੀਤ ਨੂੰ ਜੀਤਾ ਨਹੀਂ ਜਾਊਂਗਾ, ਜੀਤਾ ਤੋਂ ਖੈਰ ਹਾਰ ਕੇ ਜੀਤਾ ਨਹੀਂ ਆਊਂਗਾ। ਕਹਿੰਦਾ ਮਹਾਰਾਜ ਪਿਤਾ ਜੀ ਮੇਰਾ ਨਾਮ ਤੁਸੀਂ ਰੱਖਿਆ ਅਜੀਤ ਸਿੰਘ। ਜਿੱਦਣ ਤੁਸੀਂ ਭਗਾਣੀ ਦਾ ਪਹਿਲਾ ਜੰਗ ਜਿੱਤਿਆ ਸੀ ਨਾ, ਉਹ ਜੰਗ ਜਿੱਤਣ ਤੋਂ ਬਾਅਦ, ਕਿਉਂਕਿ ਉਸ ਵੇਲੇ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ, ਤੁਸੀਂ ਮੇਰਾ ਨਾਮ ਰੱਖਿਆ ਸੀ ਅਜੀਤ ਸਿੰਘ। ਪਹਿਲੀ ਗੱਲ ਤੇ ਮੈਨੂੰ ਕੋਈ ਜਿੱਤ ਨਹੀਂ ਸਕਦਾ, ਪਰ ਜੇ ਕੋਈ ਮੈਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਮੈਂ ਜਿਉਂਦਾ ਤੁਹਾਡੇ ਸਾਹਮਣੇ ਨਹੀਂ ਆਵਾਂਗਾ। ਵੱਡਾ ਸਾਹਿਬਜ਼ਾਦਾ ਮੈਦਾਨੇ ਜੰਗ ਵਿੱਚ ਗਿਆ ਹੈ, ਉਹਨੇ ਸ਼ਹਾਦਤ ਦਾ ਜਾਮ ਕੀਤਾ। ਮੈਂ ਬਿਲਕੁਲ ਸੰਦੀਪ ਨੂੰ ਬੇਨਤੀ ਕਰਾਂਗਾ। ਹੁਣ ਛੋਟੇ ਦੀ ਉਮਰ ਹੈ ਜੀ ਕੇਵਲ 16 ਕੁ ਸਾਲ, ਤੇ ਉਹ ਸਾਹਮਣੇ ਆਇਆ ਪਿਤਾ ਦੇ, ਕਹਿੰਦਾ ਪਿਤਾ ਜੀ ਇਹ ਗੱਲ ਮੈਂ ਕਦਾਚ ਬਰਦਾਸ਼ਤ ਨਹੀਂ ਕਰਾਂਗਾ, ਅੱਜ ਤੁਸੀਂ ਕਾਣੀ ਵੰਡ ਕਰਦੇ ਹੋ। ਮਾਰੇ ਕਹਿੰਦੇ ਕਿ ਕੀ ਹੋਇਆ? ਕਹਿੰਦਾ ਮਹਾਰਾਜ ਪਿਤਾ ਜੀ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਖੇਡੇ ਵੀ ਇਕੱਠੇ, ਤੁਸੀਂ ਸਾਨੂੰ ਪੜ੍ਹਾਇਆ ਵੀ ਇਕੱਠਿਆਂ ਨੂੰ, ਸ਼ਸਤਰ ਵਿਦਿਆ ਵੀ ਇਕੱਠਿਆਂ ਨੂੰ ਦਿੱਤੀ, ਪਰ ਅੱਜ ਤੁਸੀਂ ਉੱਥੇ ਜਾ ਕੇ ਮਾਰੇ ਨਹੀਂ। मारे कहते हम ही ने कहा था बाप को जा दीजिए धर्म पर, अब कहते हैं हम आपको जा दीजिए धर्म पर। कहते 9 साल की उम्र ਦੇ ਵਿੱਚ मैं अपने पिता ਨੂੰ ਕਿਹਾ ਸੀ ਕਿ ਅੱਜ ਧਰਮ ਦੀ ਰੱਖਿਆ ਦੀ ਤੁਹਾਡੇ ਸਿਰ ਤੇ ਹੋਵੇ, पर पुत्र आज मैं तेनू कहना, जो साहबजादे ने कहा ना, कहता भाई से बिछड़ कर हमें जीना नहीं आता। पिता जी तुसी बड़े भरा नूं बोलता, भाई से बिछड़ कर हमें जीना नहीं आता, खाना नहीं पीना नहीं सोना नहीं पाता, मैं ਉਹਦੇ ਤੋਂ ਬਿਨਾ जी नहीं सकता। ते मारे कहते ठीक है जे तू जाना चाहना है ते मैं तेरी गल कहांगा, तेरी उम्र छोटी है पर देखी हम देते हैं खंजर इसे शमशीर समझना, नेज़ों की जगह दादा का तुम तीर समझना, जितने मरे इसे उन्हें बेपीर समझना, जख्म आए तो रोना नहीं दलगीर समझना। नाली गल की कहने ख्वाहिश है कि हम तुम्हें तेग चलाते हुए देखें, हम आंख से बख्शी तुम्हें खाते हुए देखें। कहते पुत्रा मेरी ख्वाहिश है कि जदों तेरे सीने विच कोई तिखा नेजा या तीर आके लगे ना, तेरी जुबान को सील जा उफड़ नहीं करना। ਹੁਣ ਛੋਟਾ ਵੀ ਮੈਦਾਨੇ ਜੰਗ ਵਿੱਚ ਗਿਆ ਜੀ, ਉਹਨੇ ਵੀ ਸ਼ਹਾਦਤ ਦਾ ਜਾਮ ਕੀਤਾ। ਜਦੋਂ ਉਹਨੇ ਸ਼ਹਾਦਤ ਦਾ ਜਾਮ ਕੀਤਾ ਤੇ ਢਾਡੀ ਸੋਹਣ ਸਿੰਘ ਸੀਤਲ ਲਿਖਦੇ ਨੇ, ਕਹਿੰਦੇ ਕਿ ਹੱਸ ਸ਼ਹੀਦੀ
पा गया जद लाल चटेरा, अखा सामने हो गया वो बेरा बेरा, उंगली ला के लै गया उन्होंने वीर वडेरा। जिवें आपां किसी छोटे बच्चे नूं मेले च घुमाउणा होवे ना, आपां कहंदे भी उंगल फड़ा दे, वो किते गवाच जांदी। कह लगे वड्डा वीर अजीत सिंह अपने छोटे वीर जुझार सिंह नूं उंगल फड़ के सचखंड लै गया। हस शहीदी पा गया जद लाल चटेरा, अखा सामने हो गया वो बेरा बेरा, उंगली ला के लै गया उन्होंने वीर वडेरा। जोड़ी जोड़ी हो गया परिवार बसेरा, हथ बन बोले सतगुरु वाह भाना तेरा, तेरा तुझको सौंपते क्या लागा मेरा, हुक्म रजाई चलना जो करे चकेरा, पंथ बसे मैं उजड़ा मन चाओ कनेरा, होवा तेथों सुरखरू परमपाल उचेरा, वाह वाह गोबिंद सिंह वाह तेरा लीला। कलगीधर ने अपनी रसना ते गल कही, कह लगे ये परमेश्वर का विधान है। आप ना डेथ आफ्टर जो मौत हो जाती है उसके बाद आप एक शब्द यूज करते हैं कि भाना। आप अपने तरीके नाल शब्दां जीवन नीति हुण ड्रिंक होंदा पीना, ड्रिंक करना, पर आप किहनूं कहंदे आ जो शराब पीनी हो कहे आओ ये ड्रिंक करांगे, वो ड्रिंक करता तो शराब पीना नहीं। एक शब्द है भाना, आपां भाने नूं जोड़िया मौत नाल, पर गुरबाणी कहंदी जान सुभाना तां जम्मिया परिवार भला पाया। जन्म भी भाने विच हुंदा है, पर जन्म वेले आपां नहीं कहंदे। जन्म वेले आपां कहंदे कि बाबे कोल गए सी उहने अरदास कीती तां पुੱਤ होया, जां किसी पीर कोल गए सी। बड़ी कमाल की गल है, जिन्ने साध संत पीर फकीर सारे मुंडे ही दिंदे आ, धी कोई भी नहीं दिंदा। जिन्ने डेरे है जिन्ने होर बड़े लोग है जिहड़े अपने आप गुरु मान के दिंदे ते कमाल की गल है, लोग जाते भी उत्थे आ, पर कोई ऐसा डेरा ऐसा बाबा नहीं जिहड़ा कदे मैं आशीर्वाद देना तुहाडे घरे धी हो जाएगी। वो सारियां ने मुंडे दे उते ठेका लिया पर अपनी मानसिकता है। हुण गुरु साहब ने गल कीती, जिसकी वस्त तिस आज्ञा रख, प्रभु की आज्ञा मानना मानता है, उससे चौकड़ करे निहाल नानक साहिब सदा दिला। हुण परिवार का एक हिस्सा मातावां भाई मनी सिंह नाल दिल्ली वाले पासे चले गईयां। गल करनी आपां छोटे साहिबजादे दी। मैं ना अज सवेरे जदों असीं उठे ते मेरे दिमाग में गल आ रही सी। पहली गल ते देखो मैं कहना, क्योंकि मेरा प्रोफैशन है, सीधी जी गल मेरा किता मेरी रोजी रोटी जुड़ी हुई तो मैं गल कह देनी है। अपने बहुत ने सुन भी लैनी, आप घर चले जाना। मेरे दिमाग में ये गल कभी भी नहीं आती है कि इस तरह हो सकता है। जो आप अज लोगों को देखते हैं ना, अगे जाके मैं गल करनी है, ये जी इतिहास की घटना है, ये असी इनू विचारां दे नाल नहीं, साढ़े अंदर फीलिंग होनी चाहिए, एहसास होना चाहिए, फिर असीं इस घटना इन दिन अपने दिमाग में भी पा सकते हैं, अपने दिल में भी पा सकते हैं, अपने जीवन में लागू भी कर सकते हैं। मां गुजरी तुरी है, सब तो पहला कहते जदों ये चौंके वाले पासे गए है तो एक शख्स मिले जिन्होंने कहते हैं कुम्मा माशकी। ये पहला हिंदू सी, मुसलमान बन गया, ਇਹਦਾ नाम करीम बख्श चंद अमरूदीन भी आਉਂਦਾ है। ये छोटे बाबिਆਂ ਨੂੰ जिथे ਇਹਦੀ ਰਿਹਾਇਸ਼ ਸੀ ਉੱਥੇ ਲੈ ਗਿਆ। ਇਹਦੇ ਗਵਾਂਢ ਦੇ ਵਿੱਚ ਇੱਕ ਲక్ష్ਮਣੀ ਨਾਂ ਦੀ ਬ੍ਰਾਹਮਣੀ ਰਹਿੰਦੀ ਸੀ, ਜਿਹਨੇ ਕਹਿੰਦੇ ਮਸਰਾਂ ਦੀ ਦਾਲ ਬਣਾ ਕੇ ਛੋਟੇ ਬਾਬਿਆਂ ਨੂੰ ਪ੍ਰਸ਼ਾਦਾ ਛਕਾਇਆ। ਹੁਣ ਜਦੋਂ ਤੋਂ ਆਨੰਦਪੁਰ ਸਾਹਿਬ ਤੋਂ ਚੱਲੇ ਆ, ਹੁਣ ਖਾਣਾ ਮਿਲਿਆ, ਇੱਕ ਰਾਤ ਇੱਥੇ ਰਹੇ। ਇੱਥੇ ਕਹਿੰਦੇ ਗੰਗੂ ਆ ਗਿਆ। ਜ਼ਰੂਰ ਬੇਨਤੀ ਕਰਾਂਗਾ, ਜਦੋਂ ਪਾਤਸ਼ਾਹ ਨੇ ਲਾਲਚ ਦੀ ਗੱਲ ਕੀਤੀ ਹੈ ਨਾ ਗੁਰਬਾਣੀ ਦੇ ਵਿੱਚ, ਉਦੋਂ ਲਾਲਚੀ ਬੰਦ ਦੀ ਤੁਲਨਾ ਹਲਕੇ ਕੁੱਤੇ ਨਾਲ ਕੀਤੀ ਮਹਾਰਾਜ। ਕਿਉਂ? ਹੁਣ ਆਪਾਂ ਘਰ 'ਚ ਕੁੱਤਾ ਰੱਖ ਲੈਂਦੇ, ਸਾਡੇ ਨਾਲ ਖੇਡਦਾ, ਸਾਡੇ ਬੱਚਿਆਂ ਨਾਲ ਵੀ ਖੇਡਦਾ, ਇੱਥੋਂ ਤੱਕ ਬੱਚਿਆਂ ਨਾਲ ਰਾਤ ਨੂੰ ਸੌਂ ਵੀ ਜਾਂਦਾ। कई बार बच्चे अपने हाथ विचों अपने खाण वाली बुरकी नूं कुत्ते दे मूंह 'ਚ भी पा देते हैं, पर आप कभी घबराते नहीं। पर जे कुत्ता हल्का जाए फिर
फिर आप कहते नहीं, ਇਹਦਾ कोई ना कोई इलाज करना पैना है, क्योंकि हल्के कुत्ते का भरोसा नहीं किया जा सकता। पर कहते ਲੱਭ बिना जे मानसा जो पानी दूर पानी खड़ा हो ना ताही जम जाती। मर कहते जिवें पानी का जाला पानी को खराब कर दिंदा, इसे तरह जो लालच होता ना, लालची बंदा किसी को भी डंग मार सकता। लोभी का विसारा कीजिए जे का पार वसाए। मगर जिथों तक तेरा वस करना लालची ते भरोसा ना करी। हुण जदों गंगू ब्राह्मण जिहड़ा ये पसंद भी है, बेनती करा, जदों ये माता ते साहिबजादे नूं मिलिया उदों इहदे मन च कोई लालच नहीं सी। अपने घर के खेड़ी लै गए, इतिहास कहता है। हुण जदों ये रोटी बना के लैके आया ना, ते साहिबजादे कहते वो ऐसी रोटी कर लियाओ हमरे काग ना कूकर खाए। कहते मां जेड़ी रोटी गंगू लैके आया ना, ये रोटी तो साडे घर च कां ते कुत्ते भी नहीं खाते, एडी माड़ी रोटी। वो वैसी रोटी कर लियाओ हमरे काग ना कूकर खाए। ते मां गुजर कौर ने ना एक मोर दिती, गंगू नूं कहा कि पतासे ले लिया। आपको पता कि जी आप पिछे लंबा समा जावांगे ते पिंडां ਦੀਆਂ दुकानां दे विच आई कुछ हुंदा सी। आ लड्डू शक्कर बारे तो चलो मैनूं भी पता नहीं दिखदा रहा। तो उस तो पहला आपको पता है कि अपने कोल खाण वास्ते अज तक जो बड़े साधन हैं, सेवियां इको ही ने, मिठा पा के सेवियां बन जाते हैं, ते नमक पा के मुल्लो बन जाते हैं, चीज तो इको ही है। कहते मां ने जो अपने कोल मोहर दी, गंगू की नजर हुण मोहरां ते लग गई। जिहड़ी मैं बेनती पहला की ਲੱਭ कुत्ता मारे ने बाणी च ਉਹਦਾ मन मैला हो गया। ते गुरबाणी कहती है मन मैला सब कुछ मैला, तन धोता मन हच्छा ना हो। जे टैंकी विच पानी गंदा है ना, टूटी जिन्नी मर्जी घुमा लीए पानी कभी साफ नहीं हो सकता, पानी गंदा ही होता। जे मन मैला है ना, अखां भी मैलियां, जे मन मैला है तो कान भी मैले ने, जे मन मैला है तो फिर जुबान भी मैली है। कभी भी अंदर रूहानियत का खेड़ा नहीं। कह लगे कि रात में जब हम पैन लगे है, सौन लगे है, तो छोटे बाबे ना हम आपस में गल करते हैं जी। पहला उन्होंने सवाल किया किनू, मां गुजरी को अपनी दादी को। दादी से बोले अपने सिपाही किधर गए। उन्होंने सवाल सी, कहते मां साडे सिपाही किधर गए। दादी से बोले अपने सिपाही किधर गए, दरिया पे हमको छोड़ के राही किधर गए। अब्बा बता के लश्कर शाही किधर गए, दरिया पे हमको छोड़ के राही किधर गए। भाई भी हमको भूल गए शौके जंग में, अपना ख्याल तक नहीं जोगे तो बंगने। कह लगे पिताजी भी चले गए, ते साडे वड्डे भरा भी सानू छड्ड के चले गए। उन्होंने लड़ाई का इन्ना चाह कि उन्होंने साडा ख्याल तक नहीं किया। दादी से बोले अपने सिपाही किधर गए, दरिया पे हमको छोड़ के राही किधर गए। तड़पा के हाय सूरते माही किधर गए, अब्बा बता के लश्कर शाही किधर गए। भाई भी हमको भूल गए शौके जंग में, अपना ख्याल तक नहीं जोगे तो भागने। उन्होंने आपस में गल्लां करते। साडा जोरावर सिंह ते फतेह सिंह उठ के बह गए, मां लम्मी पई है दादी मां। ते साहब दा फतेह सिंह कहता वीरा अबू चले गए ने, पिताजी चले गए ने, मां भी नहीं हैगी, साडे भरा भी सब छड़ के चले गए। कहता हाँ चले तो गए ने। कहता वो परत के आउणगे। देखो मैं पहला रंग च बेनती की सी भी एहसास चाहिए। 5 साल के जवान अपने घर फिरते रौला पाई जांदे, इन्हां नूं किन्नी गल लगी। मैं गल कर लगा साडे घरे भी जवान गया 5 सालों के इन्नी सोची इन्ना ज्ञान अज तक इतिहास के कभी नहीं वाचिया गया, ना किसी ने पढ़िया ना किसी ने सुनिया। वो कहता साडे भरा आउणगे, जित के आउणगे, क्योंकि उन्होंने गुणती मिली हुई है कि असीं कभी हार नहीं सकते। कहता आउणगे, फिर कहता आपां रुस जाणगे, आपां पिता दे नाल गल नहीं करनी, आपां अपने भरावां नूं बुलाउणा नहीं। ते वड्डा भरा कहता भी जो परत के वार वार आपां नूं बुलाउणगे, कहता हाँ मन जाएंगे, पर पिता की गोद में बह के
ਭਰਾਵਾਂ ਨੂੰ ਕੋਲ ਖੜਾ ਕਰਕੇ ਅਸੀਂ ਉਹਨਾਂ ਨੂੰ ਗੱਲ ਕਰਾਂਗੇ ਕਿ ਸਾਡੇ ਨਾਲ ਤੁਸੀਂ ਵਾਅਦਾ ਕਰੋ। ਕੀ ਕਹਿੰਦਾ? ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे, अल्लाह यार का जोड़ी देता है। कहता जब रण अजीत जीत के तशरीफ लाएंगे, अब्बा के साथ इस घड़ी जुझार आएंगे, करके गिरा एक से रूठ जाएंगे, माता कभी पिता कभी भाई बनाएंगे, गले लगा के हमको वो कहेंगे बार बार मान जाओ, पर लेकिन हम नहीं मानेंगे सिद्धार। कहता जो बार बार मिन्नता करने कहते मान जाएंगे, पर की इकरार लेंगे सबसे ना बुलाना फिर कभी। ਆਪਾਂ ਆਪਣੇ ਭਰਾਵਾਂ ਦੇ ਨਾਲ ਉਹਨਾਂ ਨੂੰ ਕਹਾਂਗੇ ਕਿ ਸਾਡੇ ਨਾਲ ਵਾਅਦਾ ਕਰੋ ਕਿ ਤੁਸੀਂ ਅੱਜ ਤੋਂ ਬਾਅਦ ਸਾਨੂੰ ਕਦੇ ਨਾ ਛੱਡ ਕੇ ਜਾਓਗੇ ਨਹੀਂ। ਇਕਰਾਰ देंगे सबसे ना बुलाना फिर कभी, बारे दिगर बिछड़ कर सताना ना फिर कभी, हमको अकेले छोड़ के जाना ना फिर कभी, यूं कह देते हंस के रुलाना ना फिर कभी। कहते ਜਦੋਂ ਮਾਂ ਇਹ ਗੱਲ ਸੁਣਦੀ ਏ ਤੇ ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਸੋਚਦੀ ਹੈ ਪੁੱਤਰੋ ਕੱਲ ਦਾ ਕੀ ਪਤਾ ਕੱਲ ਨੂੰ ਕੀ ਹੋਣਾ ਹੈ। ਕਹਿੰਦੇ ਬੱਚੋं की गुफ्तगू जो सुनीता दी जाने देर अख्तियार होती है उस वाला शान है। उस ਉੱਚੀ ਵਡਿਆਈ ਵਾਲੀ ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਪੁੱਤਰੋ ਤੁਸੀਂ ਭਰਾਵਾਂ ਨੂੰ ਮਿਲਣ ਦੀ ਗੱਲ ਕਰਦੇ ਹੋ, ਕੱਲ ਵਾਲੇ ਦਿਨ ਦਾ ਪਤਾ ਨਹੀਂ ਕਿ ਅਸੀਂ ਕਿਹਨੂੰ ਕਿੱਥੇ ਜਾ ਕੇ ਮਿਲਣਾ ਹੈ। ਹੁਣ ਫਿਰ ਦਿਨ ਚੜਿਆ ਜੀ, ਸਾਹਿਬਜ਼ਾਦੇ ਨੂੰ ਫਿਰ ਭੁੱਖ ਲੱਗੀ। ਹੁਣ ਫਿਰ ਬਾਜ਼ਾਰੋਂ ਪਤਾਸੇ ਮੰਗਵਾਉਣ ਵਾਸਤੇ ਜਦੋਂ ਮਾਂ ਗੁਜਰ ਕੌਰ ਨੇ ਉਹ ਥੈਲੀ ਜਾਂ ਪੋਟਲੀ ਮੋਹਰਾ ਬਣੀ ਦੇਖੀ, ਉਹ ਉੱਥੇ ਨਹੀਂ ਸੀ। ਹੁਣ ਮਾਂ ਨੂੰ ਪਤਾ ਸੀ, ਗੰਗੂ ਨੂੰ ਪੁੱਛਿਆ, ਉਹ ਬੰਦਾ ਚੋਰ ਸੀ, ਉਹਨੇ ਰੌਲਾ ਪਾਤਾ। ਪਿੰਡ ਦੇ ਚੌਧਰੀ ਕੋਲ ਗਿਆ,